साथ देण ताकि असीं भी बैरीकेड भन के गाहां असीं भी जाइए अगले होर बार्डर उत्ते जाके जिहड़ा आपां छप्पा जमाइए। किन्ना भी ठंड पै जे किन्ना कोड़ा पै जे मोदी जी नूं साडियां मंगां मंगेगा जावांगे भावें 2 साल लग जान। हर रोलना पऊ 2 साल तक भी रोलना पऊ नहीं जावांगे मैदान छड्ड के मंगां लैके जावांगे जी। ਉਹਨਾਂ ਦਾ ਕਾਲਜਾ ਕੰਬ ਰਿਹਾ ਉਹ ਉੱਤੋਂ ਕਰ ਰਿਹਾ ਤੇ ਉਹਨਾਂ ਨੂੰ ਮੰਗਾਂ ਮੰਨਣੀਆਂ ਪੈਣਗੀਆਂ ਜੀ। ਜਿੱਤ ਕੇ ਜਾਵਾਂਗੇ ਅਸੀਂ ਸਾਰੇ। कि किसान भूखा है और किसान तो रोटी खाना चाहता है और सरकार चाहती है कि आप रसमलाई खाओ। ये रसमलाई हमारे लिए जहर का काम कर रही है, ये हमको पता है। दाल में कुछ काला है, दाल में कुछ काला नहीं, पूरी दाल ही काली है। ਜਿਹੜੇ ਇੱਥੇ ਰਾਜਸਥਾਨ ਦੇ ਲੋਕਲ ਕਿਸਾਨ ਆਏ ਨੇ ਉਹਨਾਂ ਵੱਲੋਂ ਕਿੰਨਾ ਸਾਥ ਮਿਲਦਾ? ਵਾਧੂ ਬਹੁਤ ਜ਼ਿਆਦਾ ਮਿਲ ਰਿਹਾ ਸਾਨੂੰ। ਰਾਤ 12 ਵਜੇ ਹੀ ਦੁੱਧ ਮਿਲ ਗਿਆ ਇੱਥੇ ਤੇ 12 ਵਜੇ ਹੀ ਸਾਨੂੰ ਸਾਰਾ ਸਮਾਨ ਮਿਲ ਗਿਆ ਲੰਗਰ ਦਾ ਜਿਹੜਾ ਜਿਨ੍ਹਾਂ ਲੋਕਾਂ ਨੇ ਦੇਣਾ ਸੀ। ਬਹੁਤ ਜ਼ਿਆਦਾ ਸਾਨੂੰ ਸਹਿਯੋਗ ਮਿਲ ਰਿਹਾ। ਪਹਿਲਾਂ ਅਸੀਂ 8 ਦਿਨ ਉੱਥੇ ਰਹੇ, ਹਰਿਆਣੇ ਵਾਲਿਆਂ ਨੇ ਕਮਾਲ ਕਰਤੀ। ਮਤਲਬ ਸਾਡੀ ਮਦਦ ਕਰਨ ਵਾਲੀ ਬਾਲਣ ਸਿਲੰਡਰ ਫਲ ਫਰੂਟ ਹਰ ਚੀਜ਼ ਸਾਨੂੰ ਉਪਲਬਧ ਕਰਾਈ ਆ। ਹੁਣ ਇੱਥੇ ਵੀ ਸਾਨੂੰ ਉਸੇ ਤਰ੍ਹਾਂ ਉਹੀ ਸਹਿਯੋਗ ਇੱਥੇ ਮਿਲ ਰਿਹਾ। कम से कम 100 ट्राली तो आज ही आ जाएगी। कम से कम 100 ट्राली आ जाएगी। दिल्ली जाना ही जाना है। ये तो है नहीं भी असी इतने बह जावे, दिल्ली तो जाना ही जाना है, जिमें मर्जी जाएगी जी बस। ਤੁਸੀਂ ਚੱਕ ਤੇ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਗੁਰਵਿੰਦਰ। ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਜਿੱਥੇ ਇੱਕ ਪਾਸੇ ਸੰਘਰਸ਼ ਜਾਰੀ ਹੈ ਉੱਥੇ ਹੀ ਜਿਹੜੀ ਸੇਵਾ ਚਾਹ ਪਾਣੀ ਤੇ ਲੰਗਰ ਦੀ ਜਿਹੜੀ ਉਹ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਤੇ ਬਾਬਾ ਜੀ ਜਿਹੜੇ ਨੇ ਉਹ ਦਾਲਾਂ ਬਣਾ ਰਹੇ ਨੇ ਤੇ ਉਧਰ ਦੂਜੇ ਪਾਸੇ ਜਿਹੜਾ ਉਹ ਚਾਹ ਦਾ ਲੰਗਰ ਜਿਹੜਾ ਤਿਆਰ ਹੈ ਤੇ ਸੰਗਤ ਜਿਹੜੀ ਉਹ ਚਾਹ ਦਾ ਲੰਗਰ ਛਕ ਰਹੀ ਹੈ। ਇਹ ਜਿਹੜਾ ਤਸਵੀਰਾਂ ਨੇ ਤਸਵੀਰਾਂ ਜੈਪੁਰ ਦਿੱਲੀ ਨੈਸ਼ਨਲ ਹਾਈਵੇ ਦੀਆਂ ਨੇ ਤੇ ਤਸਵੀਰਾਂ ਜਿਹੜੀਆਂ ਨੇ ਉਹ ਸ਼ਾਹਜਹਾਂ ਦੇ ਕੋਲ ਪੈਂਦੇ ਖੇੜਾ ਇਹ ਬਾਰਡਰ ਹੈ ਉਸ ਬਾਰਡਰ ਦੀਆਂ ਨੇ। ਲਗਾਤਾਰ ਕਿਸਾਨੀ ਸੰਘਰਸ਼ ਜਾਰੀ ਹੈ। ਅੱਜ 20ਵਾਂ ਦਿਨ ਜਿਹੜਾ ਉਹ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਅਤੇ ਲੰਗਰ ਤਿਆਰ ਕੀਤਾ ਜਾ ਰਿਹਾ ਜਿਹੜਾ ਸੰਗਤ ਨੂੰ ਇੱਥੇ ਛਕਾਇਆ ਜਾਵੇਗਾ। ਜਿਵੇਂ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤੇ ਇਹ ਕਿਸਾਨ ਜਿਹੜੇ ਨੇ ਵੀ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਹੇ ਨੇ ਪਰ ਇਹਨਾਂ ਨੂੰ ਬੈਰੀਕੇਡ ਲਾ ਕੇ ਰੋਕ ਦਿੱਤਾ ਗਿਆ ਹਰਿਆਣਾ ਸਰਕਾਰ ਵੱਲੋਂ। ਸਰ ਲੰਗਰ ਦੀ ਸੇਵਾ ਕਰ ਰਹੇ ਹੋ, ਕਿਸ ਦਿਨ ਤੋਂ ਤੁਸੀਂ ਇੱਥੋਂ ਕਿੱਥੋਂ ਆਏ ਹੋ? ਟਿਕਰੀ ਬਾਰਡਰ ਤੋਂ ਆਏ ਆ ਜੀ। ਹਾਂਜੀ ਅਸੀਂ ਉੱਥੇ ਸੀਗੇ, ਅਸੀਂ ਕੱਲ ਸ਼ਾਮੀ ਇੱਥੇ ਆ ਗਏ ਆ। ਸਾਨੂੰ ਉੱਥੇ ਦੱਸਿਆ ਵੀ ਉੱਥੇ ਲੰਗਰ ਦੀ ਵਿਵਸਥਾ ਨਹੀਂਗੀ ਤਾਂ ਅਸੀਂ ਇੱਥੇ ਆ ਗਏ ਸੀ। ਸਪੈਸ਼ਲ ਸੇਵਾ ਕਰਨ ਵਾਸਤੇ ਇੱਥੇ ਆਏ ਹੋ? ਹਾਂਜੀ ਸਪੈਸ਼ਲ ਸੇਵਾ ਕਰਨ ਤਾਂ ਕੋਟਿਓਂ ਆਏ ਆ ਜੀ ਅਸੀਂ। ਅੱਛਾ ਕੋਟੇ ਤੋਂ ਆਏ? ਹਾਂਜੀ। ਅੱਛਾ ਇਹ ਜਿਹੜੀ ਸੇਵਾ ਵਾ ਉਹ ਕਿੱਥੋਂ ਕਿਹੜੇ ਬਾਬਾ ਜੀ ਵੱਲੋਂ ਕਰਾਈ ਜਾ ਰਹੀ ਹੈ? ਇੱਕ ਮਿੰਟ ਮੈਂ ਜੋੜੇ ਲਾ ਦੇਵਾਂ ਫਿਰ ਆਣਾ। ਨਹੀਂ ਕੋਈ ਗੱਲ ਨਹੀਂ, ਲੰਗਰ ਹੈ ਫਿਰ ਵੀ ਜੋੜੇ ਲਾਣੇ ਜ਼ਰੂਰੀ ਹੁੰਦੇ ਆ। ਕਿੱਥੋਂ ਆਇਆ ਬਾਬਾ ਜੀ, ਕੀ ਨਾਮ ਹੈ ਤੁਹਾਡਾ? ਰਾਜਵੀਰ ਸਿੰਘ ਹੈ ਜੀ। ਅਸੀਂ ਕੋਟੇ ਤੋਂ ਆਏ ਹਾਂ ਤੇ ਅਸੀਂ ਪਿਛਲੇ 10 ਦਿਨ ਤੋਂ ਟਿਕਰੀ ਬਾਰਡਰ ਬਹਾਦਰਗੜ੍ਹ ਲੰਗਰ ਚੱਲ ਰਿਹਾ ਸੀ। ਠੀਕ ਹੈ। ਤੇ ਰਾਤ ਦੇ ਇੱਥੇ ਆਏ ਆ। ਇੱਥੇ ਲੰਗਰ ਦਾ ਪ੍ਰਬੰਧ ਕੋਈ ਨਹੀਂ ਸੀ। ਇਹ ਲੰਗਰ ਜਿਹੜਾ ਆ ਬਾਬਾ ਤਾਰਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਉਹਨਾਂ ਤੋਂ ਵਰਸਾਏ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ, ਠੀਕ ਹੈ। ਇਹ ਸਾਰੀਆਂ ਰਸਤਾਂ ਮਸਤਾਂ ਜਿੰਨਾ ਰਾਸ਼ਨ ਹੈ ਉੱਥੋਂ ਆਇਆ ਹੈ। ਇਹ ਸੇਵਾਦਾਰ ਸਾਰੇ ਉਸ ਕੋਟਾ ਬੂੰਦੀ ਏਰੀਏ ਇਲਾਕੇ ਤੋਂ, ਕੋਈ ਸ਼ੋਪਰ ਤੋਂ ਨੇ, MP ਦੇ ਵਿੱਚੋਂ ਇਹ ਉੱਥੋਂ ਆਏ ਹੋਏ ਨੇ। ਪਰ ਅੱਜ ਇੱਥੇ ਵੀ 4 ਦਿਨ ਹੋ ਚੱਲੇ ਨੇ ਪਰ ਹਰਿਆਣਾ ਸਰਕਾਰ ਨੇ ਜਿਹੜਾ ਵਾ ਉਹ ਬੈਰੀਕੇਡ ਲਾ ਕੇ ਇੱਥੇ ਕਿਸਾਨਾਂ ਨੂੰ ਰੋਕ ਦਿੱਤਾ। ਇਸ ਨੂੰ ਕਿਸ ਤਰ੍ਹਾਂ ਸਮਝਦੇ ਹੋ? ਇਹ ਨਾ ਇੱਥੇ ਅਜੇ ਕਿਸਾਨ ਘੱਟ ਨੇ। ਇਸ ਥੋੜਾ ਜਿਹਾ ਅੰਦੋਲਨ ਜਿਹੜਾ ਵੱਡਾ ਹੋ ਜਾਏਗਾ, ਸੰਘਰਸ਼ ਜ਼ਿਆਦਾ ਤੇਜ਼ ਹੋਵੇਗਾ ਤੇ ਫਿਰ ਬੈਰੀਕੇਡ ਤੋੜ ਕੇ ਅੱਗੇ ਵਧਿਆ ਜਾਵੇਗਾ। ਅਜੇ ਇਹਨੇ ਕਿਸਾਨ ਇੱਥੇ ਥੋੜੇ ਨੇ ਤੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦਾ ਵੀ ਕਿਸਾਨ ਵੱਧ ਤੋਂ ਵੱਧ ਇੱਥੇ ਜਿਹੜੇ ਇਸ ਬਾਰਡਰ ਤੇ ਪਹੁੰਚਣ, ਹਰਿਆਣਾ ਰਾਜਸਥਾਨ ਬਾਰਡਰ ਤੇ ਵੀ ਇਸ ਬਾਰਡਰ ਨੂੰ ਤੋੜਿਆ ਜਾਵੇ ਤੇ ਅੱਗੇ ਵਧਿਆ ਜਾਵੇ। ਜੇ ਅੱਗੇ ਨਹੀਂ ਵਧਣ ਦੇਣਗੇ ਤੇ ਫਿਰ ਇਹਨੂੰ ਵੀ ਬੰਦ ਕੀਤਾ ਜਾਵੇਗਾ। ਫਿਰ ਇੱਥੇ ਲੰਗਰ ਚੱਲਣਗੇ ਕਿ ਲੰਗਰ ਤੇ ਚੱਲ ਹੀ ਰਹੇ ਨੇ। ਇੱਕ ਸਾਈਡ ਤੋਂ ਜਿਹੜਾ ਬਾਰਡਰ ਉਹ ਖੁੱਲਾ ਹੋਇਆ, ਇੱਕ ਸਾਈਡ ਤੋਂ ਆਵਾਜਾਈ ਜਿਹੜੀ ਉਹ ਬਹਾਲ ਆ ਪਰ ਇੱਕ ਸਾਈਡ ਤੋਂ ਬਲੌਕ ਆ। ਇਸ ਨੂੰ ਇੱਕ ਸੰਕੇਤਕ ਤੌਰ ਤੇ ਦੇਖਦੇ ਹੋ? ਨਹੀਂ ਅਜੇ ਨਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਅਜੇ ਜਿਹੜਾ ਨਾ ਕਿਸਾਨਾਂ ਦਾ ਇੱਥੇ ਇਕੱਠ ਘੱਟ ਹੈ। ਜੇ ਜਿੰਨੇ ਵੱਧ ਕਿਸਾਨ ਇੱਥੇ ਆਉਣਗੇ, ਸੰਖਿਆ ਜ਼ਿਆਦਾ ਹੋਵੇਗੀ ਤੇ ਉਹਦੇ ਨਾਲ ਅਸੀਂ ਜਾਂ ਤਾਂ ਬੈਰੀਕੇਡ ਤੋੜ ਦਾਂਗੇ ਜਾਂ ਫਿਰ ਦੋਨੋਂ ਸਾਈਡ ਬੰਦ ਕਰ ਦਾਂਗੇ। ਅਜੇ ਪੂਰਾ ਉਹਨਾਂ ਦੇ ਪ੍ਰਭਾਵ ਨਹੀਂ ਪੈ ਰਿਹਾ ਕਿਉਂ ਕਿਸਾਨ ਥੋੜੇ ਨੇ। ਉਹ ਦੂਜਾ ਰੋਡ ਜਿਹੜਾ ਬਲੌਕ ਨਹੀਂ ਹੋ ਰਿਹਾ ਅਜੇ। ਤੇ ਵੱਧ ਤੋਂ ਰਾਜਸਥਾਨ ਵੱਲੋਂ ਕਿੰਨਾ ਹੁੰਗਾਰਾ ਮਿਲ ਰਿਹਾ ਹੈ ਸੰਘਰਸ਼ ਨੂੰ? ਰਾਜਸਥਾਨ ਦੇ ਕਿੰਨੇ ਲੋਕ ਆਏ ਨੇ ਜੀ? ਰਾਜਸਥਾਨ ਦੇ ਕੁਝ ਕਾਫੀ ਲੋਕ ਇੱਥੇ ਬੈਠੇ ਨੇ ਪਹਿਲਾਂ ਆ ਕੇ, 2-3 ਦਿਨ ਤੋਂ ਪਹਿਲਾਂ ਉਹ ਵੀ ਬੈਠੇ ਸੀ ਆ ਕੇ। ਤਾਂ ਠੀਕ ਮਿਲ ਰਿਹਾ ਹੁੰਗਾਰਾ, ਕੁਝ ਆਪਣੇ ਲੱਗੇ ਹੋਏ ਨਹੀਂ ਹੋਵੇ ਜਿਹੜਾ ਵੱਧ ਰਹੇ ਨੇ ਜਾਂ ਘਟਦੇ ਜਾ ਰਹੇ? ਨਹੀਂ ਅੱਗੇ ਨਾਲੋਂ ਵੱਧ ਰਹੇ ਨੇ, ਕੁਝ ਪਹਿਲਾਂ ਨਾਲੋਂ ਕੁਝ ਕਿਸਾਨ ਕਾਫੀ ਵੱਧ ਚੁੱਕੇ ਨੇ ਕੁਝ, ਔਰ ਬਾਕੀ ਆਉਣ ਦੀ ਸੰਭਾਵਨਾ ਵੀ ਹੈਗੀ। ਕਈ ਹੋਰ ਵੀਰ ਭਰਾ ਜਿਹੜੇ ਆਉਣਗੇ ਕਿਸਾਨ ਇੱਥੇ ਬੈਠ ਕੇ ਕੁਛ ਕਰਨਗੇ
ਤੇ ਅਸੀਂ ਵੀ ਆ ਕੇ ਜਿਹੜੇ ਬੈਠੇ ਆ, ਅਸੀਂ ਤਾਂ ਅਪੀਲ ਇਹੀ ਕਰ ਰਹੇ ਵੀ ਵੱਧ ਤੋਂ ਵੱਧ ਕਿਸਾਨ ਇੱਥੇ ਆਉਣ ਤੇ ਨਾਲ ਸਾਡਾ ਸਾਥ ਦੇਣ, ਤਾਂ ਕਿ ਅਸੀਂ ਵੀ ਬੈਰੀਕੇਡ ਭੰਨ ਕੇ ਗਾਹਾਂ ਅਸੀਂ ਵੀ ਜਾਈਏ ਅਗਲੇ ਹੋਰ ਬਾਰਡਰ ਉੱਤੇ ਜਾ ਕੇ ਜਿਹੜਾ ਆਪਾਂ ਛੱਪਾ ਜਮਾਈਏ। ਜੇ ਨਹੀਂ ਕਰ ਰਹੇ ਤਾਂ ਜਿੱਦਾਂ ਵੀਰ ਜੀ ਨੇ ਆਖਿਆ ਫਿਰ ਇੱਥੇ ਤਾਂ ਆਹ ਬੰਦ ਕਰਾਂਗੇ ਅਸੀਂ ਜਿਹੜਾ ਹੈਗਾ ਜੋ ਗੁਰੂ ਕੱਲ ਮੈਂ ਇੱਥੇ ਗੱਲ ਕੀਤੀ ਸੀ ਕੁਝ ਕਿਸਾਨ ਆਗੂਆਂ ਦੇ ਨਾਲ ਵੀ, ਉਹਨਾਂ ਕਿਹਾ ਕਿ ਬੈਰੀਕੇਡ ਤੋੜਨੇ ਨਹੀਂ, ਇੱਥੇ ਸ਼ਾਂਤੀਪੂਰਵਕ ਬੈਠੇ ਰਹਿਣਾ ਹੈ। ਕਿ ਫਿਰ ਸ਼ਾਂਤੀਪੂਰਵਕ ਬੈਠਾ ਰਹਿਣਗੇ ਇੱਥੇ, ਉਹ ਇੱਕ ਪਾਸੇ ਜਿਹੜਾ ਦਿੱਲੀ ਪ੍ਰਦਰਸ਼ਨ ਜਾਰੀ ਹੈ ਉੱਥੇ ਇੱਥੇ ਸ਼ਾਂਤੀਪੂਰਵਕ ਬੈਠੇ ਰਹਿਣਗੇ? ਸ਼ਾਂਤੀਪੂਰਵਕ ਤਾਂ ਆਇਆ ਨਾ, ਫਿਰ ਬੈਠਣਾ ਤਾਂ ਇਹ, ਬਾਕੀ ਜਿਹੜਾ ਫਿਰ ਬੰਦ ਕਰਾਂਗੇ ਦੋਨਾਂ ਸਾਈਡ ਦੇ, ਆਪੀ ਸ਼ਾਂਤੀਪੂਰਵਕ ਅਸੀਂ ਬੈਠੇ ਹਾਂ ਫਿਰ ਜਿਵੇਂ ਹੈਗੇ ਹੀ ਆ। ਤੇ ਜਦੋਂ ਇੱਥੇ ਬਲੌਕ ਹੋ ਗਿਆ ਤਾਂ ਸ਼ਾਂਤੀਪੂਰਵਕ ਤੇ ਆਪੀ ਅਸੀਂ ਬਣਾਈ ਬੈਠੇ, ਅਸੀਂ ਕੋਈ ਇਹ ਤਾਂ ਕਰਨਾ ਨਹੀਂ ਹੈਗਾ ਵੀ ਆਪਾਂ ਦੰਗੇ ਫਸਾਦ ਕੋਈ ਕਰਨੇ, ਕੋਈ ਐਸੀ ਗੱਲ ਤਾਂ ਆਪਾਂ ਕਰਨੀ ਨਹੀਂ ਹੈਗੀ, ਤੇ ਸ਼ਾਂਤੀਪੂਰਵਕ ਮਾਹੌਲ ਬਣਾ ਕੇ ਬੈਠੇ ਰਹਾਂਗੇ। ਇਹਨਾਂ ਵੱਲੋਂ ਕਿਹਾ ਗਿਆ ਕਿ ਸ਼ਾਂਤੀਪੂਰਵਕ ਢੰਗ ਨਾਲ ਇੱਥੇ ਬੈਠੇ ਰਵਾਂਗੇ ਤੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਵੀ ਹੁਣ ਇੱਥੇ ਸ਼ੁਰੂ ਹੋ ਗਈ ਹੈ। ਤੇ ਕਿਸਾਨ ਜਿਹੜੇ ਆ ਚੌਥਾ ਦਿਨ ਹੈ ਲਗਾਤਾਰ ਕਿਸਾਨ ਇੱਥੇ ਵੀ ਹੌਲੀ-ਹੌਲੀ ਇਕੱਠੇ ਹੋਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਕਿਸਾਨੀ ਸੰਘਰਸ਼ ਜਿਹੜਾ ਉਹ ਲਗਾਤਾਰ ਜਾਰੀ ਹੈ। ਬਾਪੂ ਜੀ ਦੇ ਨਾਲ ਗੱਲ ਕਰਦੇ ਆ, ਦਾਲ ਬਣਾ ਰਹੇ ਨੇ ਬਾਪੂ ਜੀ। ਬਾਪੂ ਜੀ ਤੁਸੀਂ ਕਦੋਂ ਆਏ ਹੋ ਇੱਥੇ? ਅਸੀਂ 8 ਰੋਜ਼ ਤੋਂ ਤੇ ਟਿਕੜੀ ਬਾਰਡਰ ਤੇ ਲੰਗਰ ਲਾਇਆ ਸੀ। 8 ਰੋਜ਼ ਉੱਥੇ ਚਲਾ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਲੰਗਰ ਘੱਟ ਨੇ, ਇਸ ਕਰਕੇ ਅਸੀਂ ਰਾਤ ਇੱਥੇ ਆ ਚੁੱਕੇ ਹਾਂ। ਹੁਣ ਇੱਥੇ ਸ਼ੁਰੂ ਰੱਖਾਂਗੇ, ਜਿੰਨਾ ਚਿਰ ਮੋਦੀ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨੂਗੀ ਉਹਨਾਂ ਚਿਰ ਲਾ ਕੇ ਰੱਖਾਂਗੇ। ਅਸੀਂ ਉਹਨਾਂ ਚਿਰ ਨਹੀਂ ਛੱਡਣਾ ਸੰਘਰਸ਼, ਭਾਵੇਂ ਕੁਝ ਵੀ ਹੋ ਜੇ। ਅੱਛਾ, ਜਿਹੜੇ ਇੱਥੇ ਰਾਜਸਥਾਨ ਦੇ ਲੋਕਲ ਕਿਸਾਨ ਆਏ ਨੇ ਉਹਨਾਂ ਵੱਲੋਂ ਕਿੰਨਾ ਸਾਥ ਮਿਲਦਾ? ਵਾਧੂ, ਬਹੁਤ ਜ਼ਿਆਦਾ ਮਿਲ ਰਿਹਾ ਸਾਨੂੰ। ਰਾਤ 12 ਵਜੇ ਹੀ ਦੁੱਧ ਮਿਲ ਗਿਆ ਇੱਥੇ ਤੇ 12 ਵਜੇ ਹੀ ਸਾਨੂੰ ਸਾਰਾ ਸਮਾਨ ਮਿਲ ਗਿਆ ਲੰਗਰ ਦਾ, ਜਿਹੜਾ ਜਿਨ੍ਹਾਂ ਲੋਕਾਂ ਨੇ ਦੇਣਾ ਸੀ। ਬਹੁਤ ਜ਼ਿਆਦਾ ਸਾਨੂੰ ਸਹਿਯੋਗ ਮਿਲ ਰਿਹਾ। ਪਹਿਲਾਂ ਅਸੀਂ 8 ਦਿਨ ਉੱਥੇ ਰਹੇ, ਹਰਿਆਣੇ ਵਾਲਿਆਂ ਨੇ ਕਮਾਲ ਕਰਤੀ, ਮਤਲਬ ਸਾਡੀ ਮਦਦ ਕਰਨ ਵਾਲੀ ਬਾਲਣ, ਸਿਲੰਡਰ, ਫਲ ਫਰੂਟ ਹਰ ਚੀਜ਼ ਸਾਨੂੰ ਉਪਲਬਧ ਕਰਾਈ ਆ। ਹੁਣ ਇੱਥੇ ਵੀ ਸਾਨੂੰ ਉਸੇ ਤਰ੍ਹਾਂ ਉਹੋ ਹੀ ਸਹਿਯੋਗ ਇੱਥੇ ਮਿਲ ਰਿਹਾ ਰਾਜਸਥਾਨ ਵੱਲੋਂ ਵੀ। ਹਾਂਜੀ ਹਾਂਜੀ। कहाँ से आए दादा आप? राजस्थान सीकर से। अच्छा, ये सीकर से हैं आप। क्या समझते हो अभी तक के किसानी संघर्ष को कैसे देखते हो? यहाँ पर किसान थोड़ा कम है और आएंगे तब ये बैरियर तोड़ा जाएगा, क्या प्लानिंग है? बैरियर तोड़ेंगे नहीं, राज से काले कानून को माफ़ करवाएंगे। अच्छा, काले कानून वापस करवाने हैं आप? हाँ। ठीक है। कित्थों आओ बस, तुसी कहाँ से आए हो आप? श्री गंगानगर से ही। गंगानगर तो। हाँ जी। क्या कैसे देखते हो अभी तक के किसानी संघर्ष को? अब यहाँ पर हरियाणा सरकार ने रोक लिया है बैरिकेड लगा के, इसको किस तरह देखते हो? और 2-3 दिन खड़ जाओ, देख लेना आप ही, बहुत कट हो जाएगा। और 2-3 दिन साथी आ रहे हैं, पीछे से बहुत ज़्यादा आ रहे हैं। कम से कम 100 ट्राली तो आज ही आ जाएगी, कम से कम 100 ट्राली आ जाएगी। 1-2 दिन है। ਇਸ ਤੋਂ ਬਾਅਦ ਵੀ ਰਾਸਤੇ 'ਚ ਵੀ ਅਸੀਂ ਆਏ ਸੀਗੇ ਕੱਲ, ਦੇਖਿਆ ਹੋਰ ਵੀ बैरियर लगे हुए ने, बहुत मुश्किल हो जाएगी रास्ते में जाने के लिए, क्योंकि आपको इस तरीके के बहुत बैरिकेड और मिलेंगे रास्ते में। ਨਿਆਂ ਤਾਂ ਜੀ ਹਰਿਆਣੇ 'ਚ ਵੀ ਬਹੁਤ ਲੱਗੇ ਸੀਗੇ, ਹੁਣ ਖੜਦੇ ਤਾਂ ਨਹੀਂ, ਜਾਵਾਂਗੇ ਤਾਂ ਸਹੀ ਦਿੱਲੀ। ਇਹ ਤਾਂ ਹੁਣ ਦਿੱਲੀ ਜਾਣਾ ਹੀ ਜਾਣਾ ਹੈ, ਇਹ ਤਾਂ ਹੈ ਨਹੀਂ ਗਾ ਵੀ ਅਸੀਂ ਇੱਥੇ ਬਹਿ ਜਾਵਾਂਗੇ, ਦਿੱਲੀ ਤਾਂ ਜਾਣਾ ਹੀ ਜਾਣਾ, ਜਿਵੇਂ ਮਰਜ਼ੀ ਜਾਈਏ ਜੀ, बस ਇਹ ਤਾਂ ਜਾਵਾਂਗੇ। कहाँ से आए आप? डिस्ट्रिक्ट गंगानगर राजस्थान से। अच्छा, राजस्थान से आए हैं। हाँ जी, हाँ जी। किस तरह से देखते हैं अभी तक का जो किसानी संघर्ष रहा है? कई 12-13 किसान शहीद भी हो चुके हैं, लेकिन सरकार जो है वो मानने को तैयार नहीं है। शहीद से कोई फर्क नहीं पड़ा, शहीद होंगे, आंदोलन में लोग शहीद होते हैं, तो ये आंदोलन बहुत तेज चल रहा है, बहुत इसका पूरे वर्ल्ड से लोग इससे जुड़ रहे हैं। नहीं, इसको किस तरह देखते हो? क्योंकि लगातार जो है ठंड बढ़ती जा रही है, किसानों का जो इकट्ठ है और मजबूत होता जा रहा है, इसमें बुजुर्ग भी काफी ज्यादा हैं। ਨਾਲ ਕਿੰਨਾ ਵੀ ਠੰਡ ਪੈ ਜੇ, ਕਿੰਨਾ ਕੋਲਾ ਪੈ ਜੇ, ਮੋਦੀ ਜੀ ਨੂੰ ਇਹ ਸਾਡੀਆਂ ਮੰਗਾਂ ਮੰਗੇਗਾ, ਜਾਵਾਂਗੇ ਭਾਵੇਂ 2 ਸਾਲ ਲੱਗ ਜਾਣ। ਹਾਂਜੀ ਕਿੰਨੀ ਉਮਰ ਹੈ ਬਾਪੂ ਜੀ ਤੁਹਾਡੀ? ਹਾਂਜੀ, ਮੇਰੀ 10 ਦਿਨ ਘੱਟ 70 ਸਾਲ ਹੋ ਗਈ ਜੀ। 70 ਸਾਲ ਦੀ ਉਮਰ ਦੇ ਵਿੱਚ ਘਰੇ ਆਰਾਮ ਕਰਨਾ ਚਾਹੀਦਾ ਸੀ, ਸੜਕਾਂ ਤੇ ਰੋਲਣਾ ਪੈ ਰਿਹਾ। ਨਹੀਂ, ਕੋਈ ਗੱਲ ਨਹੀਂ ਜੀ, ਕੋਈ ਪਰਵਾਹ ਨਹੀਂ ਜੀ। ਹਰ ਰੋਲਣਾ ਪਊ, 2 ਸਾਲ ਤੱਕ ਵੀ ਰੋਲਣਾ ਪਊ, ਨਹੀਂ ਜਾਵਾਂਗੇ ਮੈਦਾਨ ਛੱਡ ਕੇ, ਮੰਗਾਂ ਲੈ ਕੇ ਜਾਵਾਂਗੇ ਜੀ। ਜੀ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਹੁਣ ਤੱਕ ਸਰਕਾਰ ਕਹਿੰਦੀ ਪਈ ਸੰਸ਼ੋਧਨ ਕਰਾ ਲਓ, ਪਰ ਅਸੀਂ ਕਾਨੂੰਨ ਵਾਪਸ ਨਹੀਂ ਕਰਨੇ। ਉਹ ਉਹਨਾਂ ਦਾ ਕਾਲਜਾ ਕੰਬ ਰਿਹਾ, ਉਹ ਉੱਤੋਂ ਕਰ ਰਿਹਾ, ਤੇ ਉਹਨਾਂ ਨੂੰ ਮੰਗਾਂ ਮੰਨਣੀਆਂ ਪੈਣਗੀਆਂ ਜੀ। ਮਾਲਕ ਦੀ ਬੜੀ ਕਿਰਪਾ ਹੈ, 10 ਗੁਰੂ ਸਾਹਿਬਾਨ, 11ਵਾਂ ਗੁਰੂ ਗ੍ਰੰਥ ਸਾਹਿਬ ਜੀ, ਮਹਾਂਪੁਰਸ਼ ਬ੍ਰਹਮ ਗਿਆਨੀਆਂ ਦੀ ਕਿਰਪਾ ਹੈ, ਜਿੱਤ ਕੇ ਜਾਵਾਂਗੇ ਅਸੀਂ ਸਾਰੇ। ਹਾਂਜੀ ਹਾਂਜੀ। कहाँ से आए आप लोग? कहाँ से आए? हम सीकर से। सीकर से हैं। हाँ जी। कह रहे थे कि हरियाणा और पंजाब के किसानों को समझ में नहीं आ रहा है, वो प्रदर्शन कर रहे हैं। अब तो सीकर के, राजस्थान, ये पूरा दूसरे जो स्टेट है वहाँ के किसान भी आना शुरू हो गए हैं। किस तरह देखते हो आप? हम ऐसा देखते हैं कि ये जो किसान के विरोध में कानून लाई है सरकार, ये सरकार की रजामंदी से, ये किसान की रजामंदी से नहीं लाई है।
ये अपनी मर्जी से लाई है। किसान तो जैसे मैं उदाहरण दूं कि किसान भूखा है और किसान तो रोटी खाना चाहता है, और सरकार चाहती है कि आप रसमलाई खाओ। ये रसमलाई हमारे लिए जहर का काम कर रही है, ये हमको पता है। ये हमको पता है कि ये जहर का काम कर रही है, तो हम कह रहे हैं भैया हमको रसमलाई नहीं चाहिए, हमको तो भूख लगी है, रोटी खानी है। रोटी खाने का मतलब हमको तो स्वामीनाथन आयोग की रिपोर्ट लागू करवानी है, ना कि इन जो 3 कानून लाए हैं इनको लागू करवाना है। ये तो लागू सरकार करवाना चाहती है, और सरकार ये कह रही है कि इसमें हम संशोधन कर देंगे। अगर किसान के फायदे में अगर कोई कानून सरकार लाई है तो उसमें संशोधन करने की बात कहां से आ गई? इसका मतलब दाल में कुछ काला है, दाल में कुछ काला नहीं, पूरी दाल ही काली है। अच्छा, एक चीज है, सरकार कह रही है कि इनको समझ में नहीं आ रहा है किसानों को, किसान गुमराह हो गए, विपक्ष ने गुमराह कर। नहीं, गुमराह कौन कर रहा है? गुमराह तो सरकार कर रही है। पूंजीपतियों के पक्ष में तो विधेयक कानून ला रही है और हमसे कह रही है कि ये गुमराह इनको किया जा रहा है। गुमराह तो सरकार किसानों को करने में लगी हुई है, जबकि किसान को सब कुछ पता है कि उनकी रोजी रोटी और उनकी जमीन भी अब जाने वाली है। ये सब पता है हमको। अच्छा, जियो का बाइकाट करने के लिए बोला गया था, तो जियो ने केस करवा दिया एयरटेल और वोडाफोन पे, कह रहे हैं कि इन लोगों ने अच्छा, ये बात मैं बता दूं। जियो ने पहले फ्री के अंदर हमको सिम दी हमारे नागरिकों को। आज क्या हालत है? BSNL खत्म। तो ये हमको पता है कि ये जब प्राइवेट के अंदर मंडियां दे देंगे और प्राइवेट के अंदर सब कुछ दे देंगे, तो उसके बाद में जैसी BSNL की हालत हुई है वो किसान की होने वाली है। अच्छा, इसको किस तरह देखते हो आप? आज चौथा दिन है लेकिन यहाँ पे बैरिकेड लगाकर पुलिस ने रोक दिया है, आगे कैसे बढ़ोगे आप? हाँ, ये सत्य है। आपने कम से कम ये तो कहा कि पुलिस ने रोक रखा है। ये मीडिया के अंदर ये तो प्रचार ये कर रहे हैं कि किसानों ने रास्ता रोक रखा है। किसान तो दिल्ली की तरफ कूच कर रहा था। हरियाणा बॉर्डर पे हरियाणा की खट्टर सरकार ने गड्ढे खोद के और रास्ता को ब्लॉक कर रखा है। अब हमारी गैदरिंग धीरे धीरे बढ़ रही है, हमारे लोग गाँव से आ रहे हैं। जब ज्यादा गैदरिंग हो जाएगी तो फिर देखेंगे कि क्या होता है, देखेंगे आगे क्या होता है। अच्छा, आप यूथ हो, यूथ का भी बहुत बड़ा योगदान है इस प्रदर्शन में। अभी तक देखा गया कि पंजाब, हरियाणा और यूपी साइड में गाजियाबाद को जो ब्लॉक किया गया उसमें यूथ बहुत बड़े लेवल पे। आप लोग यूथ हो, किस तरीके से समझते हो अभी तक के इस प्रदर्शन को? देखिए, पहले तो एक बात है, यूथ का काम होता है सही रास्ते जाना। आजकल यूथ पढ़ी लिखी है, वो कह रहे हमने कानून बनाए हक में बनाए। अगर आपने हक में बनाए होते तो इतना रौला नहीं पड़ता भाई। जैसे पहले सुन लो, एक नंबर है इनका कि आपकी प्रॉपर्टी वो लेंगे, उस पर वो लिमिट उठा सकते हैं, लोन उठा सकते हैं। कोई भी उठाएगा तो हम कैसे भरेंगे भाई? दूसरा, मैं कणक खरीद रहा हूँ, सारे राजस्थान की खरीद ली, उसके बाद मैं तो 90 रुपये बेचूंगा, आपको खरीदनी पड़ेगी भाई। ये बात है भाई, यूथ को आगे आना ही पड़ेगा भाई। अच्छा, यूथ में जोश बहुत होता है लेकिन यहाँ होश की भी जरूरत है। देखो, जितने भी हमारा आंदोलन चला अभी तक वेल डिसिप्लिन है। किसी ने कोई बस को आग नहीं लगाई, कोई पत्थर नहीं चलाया, कोई कुछ नहीं चलाया, सभी आरामदायक आंदोलन। यूथ का यही काम है कि हमें बदनाम मत किया जाए। ये तो नशेड़ी है, ये तो वे है, ये दाग लगे हुए हैं, लेकिन ये आज यूथ ने बता दिया कि हम काम के लिए लड़ेंगे, अड़ेंगे। कब तक ये संयम बना के बैठे रहोगे? हम तो 2 साल तक देखो, जब तक ये मांगे नहीं मांगेगा। मेरी बात सुनो जी, पंजाबी आदमी घर से बाहर जाता है, वो कहता 10 मिनट में आई, वो सारा दिन नहीं आता। हम कह रहे 6 में निकले, मतलब 20 साल यहीं पर है, जब तक मानेंगे नहीं भाई। जब तक मानेंगे नहीं जाएंगे जी, छोड़ के नहीं जाएंगे साहब। इस कानून के बारे में ऐसा है कि ये बीजेपी की सरकार है। एक तरफ मंदिर बना रहे थे, ये गांव से इन्होंने ईंटें इकट्ठी की मंदिर के लिए। तो किसान के पक्ष में कानून बन रहे हैं और गांव के 2 प्रतिनिधि भी इन्होंने लाना और उनसे वार्ता करना इन्होंने वाजिब नहीं समझा। तो किसान के पक्ष में कैसे होगा? किसान के पक्ष में अगर इनको कानून बनाना था तो हर एक गांव से नहीं तो कम से कम पंचायत से एक प्रतिनिधि ये बुलाते, उनसे चर्चा करते और उनके फायदे के जो कानून बनाने थे किसान से चर्चा करके बनाते, तो आज ये बवाल नहीं होता। एक चीज और है, जब GST लागू किया गया था, नोटबंदी किया गया था, उसको नोटबंदी को बहुत बड़ा ब्लेंडर भी कहा जाता है, कई बुद्धिजीवी उसको बताते हैं। सबसे बड़ा वो घोटाला है। हाँ, तो आप क्या समझते हो उस समय अगर इस तरीके से आवाज उठाई गई होती तो क्या समझते हो ये आज ये नौबत ना आती? कम से कम किसान ये बात सत्य है कि नोटबंदी के टाइम में यही प्रधानमंत्री ने नोटबंदी की थी मोदी साहब ने, और मोदी साहब कह रहे थे कि मुझे 100 दिन का वक्त दो आप। 100 दिन के वक्त के अंदर मैं सब कुछ सामान्य कर दूंगा, ये काला धन है उसको मैं निकाल दूंगा, ये आतंकवाद खत्म हो जाएगा, ये मोदी साहब ने कहा था। लेकिन 100 दिन नहीं, आज तक भी ना RBI उसका जवाब दे पाई है और न प्रधानमंत्री इसका जवाब दे पाए हैं कि कितना काला धन उस नोटबंदी से निकला है, जबकि अर्थव्यवस्था पूरी की पूरी ठप हो गई है और वो जो ब्लैक मनी थी वो व्हाइट मनी में कन्वर्ट हो चुकी है।
ये देशवासियों को, हम सब किसानों को पता है। ਇਹ ਤਸਵੀਰਾਂ ਜਿਹੜੀਆਂ ਸੀਗੀਆਂ ਉਹ ਅਸੀਂ ਤੁਹਾਨੂੰ ਦਿੱਲੀ ਜੈਪੁਰ ਹਾਈਵੇ ਦੀਆਂ ਦਿਖਾ ਰਹੇ ਸੀਗੇ। ਲਗਾਤਾਰ ਕਿਸਾਨੀ ਸੰਘਰਸ਼ ਜਾਰੀ ਹੈ, ਲਗਾਤਾਰ ਅਸੀਂ ਤੁਹਾਡੇ ਕੋਲ ਤਾਜ਼ਾ ਅਪਡੇਟ ਜਿਹੜੀ ਉਹ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਤੁਸੀਂ ਦੇਖਦੇ ਰਹੋ ਚੱਕ ਤੇ ਟੀਵੀ।